आपने हो तुम कथा सुधारी। सतनाम श्री वाहिगुरु साहिब जी। ਸਵਈਆ ਛੰਦ। ਪੁਨ ਸ੍ਰੀ ਅੰਗਦ ਕੋ ਜਸ ਬਰਨਿਓ, ਬਹੁ ਪ੍ਰਕਾਰ ਕੇ ਗੁਣ ਬਿਦਤਾਏ। ਕੀਰਤ ਸ੍ਰੀ ਗੁਰੂ ਅਮਰਦਾਸ ਕੀ, ਨਿਜ ਬਾਣੀ ਮਹਿ ਰੁਚਿਰ ਬਨਾਏ। ਕੁਸਮ ਬਸੰਤ ਤਰੰਗ ਗੰਗ ਕੇ, ਗੁਣ ਬੇਅੰਤ ਇਤਿਆਦ ਸਜਨਾਏ। ਜਿਨ ਕੇ ਸੰਸਰ ਪਰ ਨਹੀਂ ਕੋ, ਤਿਨ ਕੀ ਉਪਮਾ ਤਿਨ ਬਰ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵਡਭਾਗੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ। ਸੋਦਾ ਰਹਿਰਾਸ ਸਾਹਿਬ ਦੇ ਪਾਠ, ਆਰਤੀ ਦੇ ਕੀਰਤਨ ਸਰਵਣ ਕੀਤੇ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਇਤਿਹਾਸ ਬੜੇ ਪ੍ਰੇਮ ਨਾਲ ਆਪ ਜੀ ਹਰ ਰੋਜ਼ ਸਰਵਣ ਕਰ ਰਹੇ। ਜਦੋਂ ਗੁਰੂ ਸਾਹਿਬ ਨੇ ਸਾਡਾ ਭਲਾ ਕਰਨ ਲਈ ਸਰਬ ਸਰੋਮਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ। ਸਾਰੀ ਬਾਣੀ ਲਿਖਵਾਈ ਭਾਈ ਗੁਰਦਾਸ ਕੋਲੋਂ। ਭਗਤਾਂ ਦੀ ਬਾਣੀ ਤੇ ਗੁਰੂ ਸਾਹਿਬਾਂ ਦੀ ਬਾਣੀ। ਫਿਰ ਭੱਟਾਂ ਨੇ ਆ ਕੇ ਦਰਸ਼ਨ ਕੀਤੇ, ਬੇਨਤੀ ਕੀਤੀ ਮਹਾਰਾਜ ਸਾਡਾ ਕਲਿਆਣ ਕਰੋ। ਮਹਾਰਾਜ ਕਹਿੰਦੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਕਰੋਗੇ ਤੁਹਾਡਾ ਕਲਿਆਣ ਹੋਵੇਗਾ। ਇਹਨਾਂ ਭੱਟਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਦੱਸੋ ਕਿਹੜੇ ਛੰਦਾਂ ਵਿੱਚ ਕਿਸ ਤਰ੍ਹਾਂ ਦੇ ਸਵਈਏ, ਕਿੱਦਾਂ ਦੇ ਸ਼ਲੋਕ ਰਚੀਏ। ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਨਮੂਨੇ ਮਾਤਰ ਪਹਿਲਾਂ ਆਪ ਸ੍ਰੀ ਮੁਖ ਵਾਕ ਸਵਈਏ ਉਚਾਰਨ ਕਰਕੇ, ਸਵਈਏ ਸ੍ਰੀ ਮੁਖ ਵਾਕ ਮਹੱਲਾ ਪੰਜਵਾਂ, ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਇੱਥੋਂ ਬਾਣੀ ਸ਼ੁਰੂ ਕੀਤੀ ਹੈ। ਫਿਰ ਗੁਰੂ ਸਾਹਿਬ ਜੀ ਨੇ ਭੱਟਾਂ ਨੂੰ ਹੁਕਮ ਦਿੱਤਾ, ਉਹਨਾਂ ਨੇ ਆਪਣੇ ਸਵਈਏ ਪਹਿਲੇ ਮਹੱਲੇ ਦੇ, ਦੂਜੇ ਦੇ, ਤੀਜੇ ਦੇ ਇਸ ਤਰ੍ਹਾਂ ਉਚਾਰਨ ਕੀਤੇ। ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਰ ਰੂਪ ਕਰਕੇ ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਦੇ ਹਿਰਦੈ ਬਸਾਵਾਂ, ਤੋ ਪਰਮ ਗੁਰੂ ਨਾਨਕ ਗੁਣ ਗਾਵਾਂ। ਅਕਾਲ ਪੁਰਖ ਦੇ ਨਾਲ ਅਭੇਦ ਸਤਿਗੁਰੂ ਜੀ ਦੀ ਉਪਮਾ। ਗੁਰ ਪਰਮੇਸ਼ਰ ਏਕੋ ਜਾਣ, ਨਿਰੰਕਾਰ ਅਕਾਲ ਜੋਤ ਜਗ ਮੰਡਲ ਕਰਿਓ। ਇਸ ਪ੍ਰਥਾਏ ਉਹਨਾਂ ਨੇ ਸਵਈਏ ਉਚਾਰਨ ਕੀਤੇ ਹੈ। ਇਹਨਾਂ ਸਵਈਆਂ ਦਾ ਰੋਜ਼ ਸ੍ਰੀ ਹਰਿਮੰਦਰ ਸਾਹਿਬ ਪਾਠ, ਜਦੋਂ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਉਸ ਵੇਲੇ ਸਿੰਘ ਬੜੇ ਪ੍ਰੇਮ ਨਾਲ ਖੜ ਕੇ ਕਰਦੇ ਹਨ। ਇਹ ਪੁਰਾਤਨ ਮਰਜ਼ਾਦਾ ਪਹਿਲਾਂ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਵਿੱਚ ਇੱਦਾਂ ਦੀ ਮਰਿਆਦਾ ਸੀ। ਭੱਟ ਕਵਿਤ ਗਾਉਂਦੇ ਸੀ, ਕਲਾਣਾ ਗਾਉਂਦੇ ਸੀ, ਵਡਿਆਈਆਂ ਗਾਉਂਦੇ ਸੀ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੀ ਵਡਿਆਈ, ਗੁਰੂ ਰਾਮਦਾਸ ਦੇ ਘਰ ਦੀ ਵਡਿਆਈ ਭੱਟਾਂ ਨੇ ਗਾਈ ਹੈ। ਭੱਟ ਸਵਈਏ ਉਚਾਰਨ ਕਿਵੇਂ ਕਰ ਰਹੇ ਨੇ ਸੁਣੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ। ਪੁਨ ਸ੍ਰੀ ਅੰਗਦ ਕੋ ਜਸ ਬਰਨਿਓ। ਫਿਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਸ ਸਵਈਏ ਮਹੱਲੇ ਦੂਜੇ ਕੇ ਇਸ ਸਿਰਲੇਖ ਹੇਠ ਭੱਟਾਂ ਨੇ ਵਰਣਨ ਕੀਤਾ ਹੈ। ਬਹੁ ਪ੍ਰਕਾਰ ਕੇ ਗੁਣ ਬਿਦਤਾਏ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਹੁਤ ਪ੍ਰਕਾਰ ਨਾਲ ਗੁਣ ਗਾਏ ਹੈ। ਮਹਾਰਾਜ ਦੀ ਬੜੀ ਉਸਤਤ ਲਿਖੀ ਹੈ ਭੱਟਾਂ ਨੇ। ਕੀਰਤ ਸ੍ਰੀ ਗੁਰੂ ਅਮਰਦਾਸ ਕੀ। ਫਿਰ ਗੁਰੂ ਅਮਰਦਾਸ ਮਹਾਰਾਜ ਦਾ ਜਸ ਬਿਆਨ ਕੀਤਾ ਹੈ। ਨਿਜ ਬਾਣੀ ਮਹਿ ਰੁਚਿਰ ਬਨਾਏ। ਭੱਟਾਂ ਨੇ ਆਪਣੀ ਬਾਣੀ ਵਿੱਚ ਬੜੇ ਸੋਹਣੇ ਢੰਗ ਦੇ ਨਾਲ, ਰੁਚਿਰ ਤਰੀਕੇ ਨਾਲ ਲਿਖੇ ਹਨ ਸਾਰੇ। ਕੁਸਮ ਬਸੰਤ ਤਰੰਗ ਗੰਗ ਕੇ। ਸਾਧ ਸੰਗਤ ਜੀ ਭੱਟ ਲਿਖਦੇ ਨੇ, ਕਨਹਰ ਬੂੰਦ ਬਸੋਰੋ ਮਾਵਰ, ਕੁਸਮ ਬਸੰਤ ਗਨੰਤ ਨ ਆਵੇ। रव सस किरण उदर सागर को, गंग तरंग अंत को पावै। रुद्र ध्यान ज्ञान सतगुर के, कब जन पल उन्हें जो गावै।
ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ। ਧੰਨ ਗੁਰੂ ਅਮਰਦਾਸ ਮਹਾਰਾਜ, ਜੇ ਕੋਈ ਬੰਦਾ ਬੱਦਲ ਦੀਆਂ ਬੂੰਦਾਂ ਗਿਣ ਲਵੇ, ਜੇ ਕੋਈ ਬੰਦਾ ਮੀਂਹ ਪੈਂਦੇ ਵੇ ਤੇ ਬੂੰਦਾਂ ਗਿਣ ਲਵੇ, ਬੜੀਆਂ ਔਖੀਆਂ ਨੇ, ਪਰ ਮੰਨ ਲਓ ਜੇ ਕੋਈ ਗਿਣ ਲਵੇ, ਕਨਹਰ ਬੂੰਦ, ਕਨਹਰ ਬੱਦਲ ਨੂੰ ਕਹਿੰਦੇ, ਬੂੰਦਾਂ ਦੀਆਂ ਕਣੀਆਂ ਜਿਹੜੀਆਂ ਪੈਂਦੀਆਂ, ਕਨਹਰ ਬੂੰਦ, ਬਸੋ ਰੋਮਾਵਲ, ਬਸੂ ਧਰਤੀ ਨੂੰ ਕਹਿੰਦੇ, ਧਰਤੀ ਦੇ ਰੋਮ ਗਿਣ ਲਵੇ। ਧਰਤੀ ਦੇ ਰੋਮ ਕਿੰਨੇ ਨੇ? ਘਾਹ ਦੇ ਤੀਲੇ ਤੋਂ ਲੈ ਕੇ ਚੰਦਨ ਤੱਕ 18 ਭਾਰ ਬਨਸਪਤੀ ਹੈ। ਇੱਕ ਕਿੱਲੇ ਦੇ ਵਿੱਚ, ਇੱਕ ਬਿੱਗੇ ਦੇ ਵਿੱਚ ਕਿੰਨੇ ਕੁ ਹੁੰਦੇ ਨਹੀਂ ਗਿਣ ਸਕਦੇ ਆਪਾਂ। ਧਰਤੀ ਦੇ ਕਿੰਨਾ ਕੁਛ ਹੈ, ਮੰਨ ਲਓ ਕੋਈ ਗਿਣ ਵੀ ਲਵੇ। ਧਰਤੀ ਦੇ ਰੋਮ ਹਨ ਇਹ ਸਾਰੇ, ਜਿੰਨੇ ਵੀ ਦਰਖਤ ਨੇ ਧਰਤੀ ਦੇ ਰੋਮ ਗਿਣ ਲਵੇ। ਕੁਸਮ ਬਸੰਤ, ਬਸੰਤ ਰੁੱਤ ਵਿੱਚ, ਬਸੰਤ ਦੀ ਬਹਾਰ ਵਿੱਚ, ਜਿਹਨੂੰ ਅੰਗਰੇਜ਼ੀ ਵਾਲੇ ਸਪਰਿੰਗ ਕਹਿੰਦੇ ਨੇ, ਆਪਾਂ ਬਸੰਤ ਕਹਿੰਦੇ ਹਾਂ। ਚੇਤਰ ਵਿਸਾਖ ਦਾ ਮਹੀਨਾ ਹੁੰਦਾ, ਬੜੇ ਫੁੱਲ ਖਿੜਦੇ। ਕਹਿੰਦੇ ਕੋਈ ਸਾਰੇ ਫੁੱਲ ਬਸੰਤ ਤੇ ਗਿਣ ਲਵੇ, ਗਿਣੇ ਤਾਂ ਨਹੀਂ ਜਾ ਸਕਦੇ, ਗਨੰਤ ਨਾ ਆਵੇ, ਕਹਿੰਦੇ ਨਹੀਂ ਗਿਣੇ ਜਾ ਸਕਦੇ। ਰਾਵ ਸਸ किरण उदर सागर को गंग तरंग अंत को पावे। रुद्र ध्यान ज्ञान सतगुर के कब जन पल उन्हें जो गावे। सूरज दियां किरणा, सूरज दियां किरणा गिण लवे कोई, गिणियां तो नहीं जांदियां, मन लो सपोज करो कि कोई गिण लवे। चंद्रमा दियां रेशमा जे कोई गिण लवे। समुद्र के पेट विच पानी कितना है, समुद्र के पेट विच कितना को पानी है मिल नहीं सकता, पर मान लो कोई गिण लवे। गंगा दियां लहरां किन्नियां ने, गंगा दियां लहरां गिणता नहीं कोई सकता, पर मान लो जे कोई गिण लवे। शिव जी का ध्यान कितना डूंगा है, शिव जी के ध्यान की गहराई किसी को मापी नहीं जा सकती। सृष्टि के शुरुआत तो लैके सृष्टि के विनाश तक शिव जी की अख नहीं खुलती, एडा वड्डा ध्यान है गहरा। कहते कोई उस रुद्र के शिव जी के ध्यान का अंत पा लवे, कोई गुरु के ज्ञान का भी अंत पा लवे, नहीं पा सकता, पर जो कोई पा लवे रुद्र ध्यान ज्ञान सतगुर के कब जन पल उन्हें जो गावे। पल जी कहते हैं जो कोई उन्होंने सारिया चीज़ों कर लवे, मान लो कर लवे, पर गुरु अमरदास जी तुहाडे गुणों का अंत नहीं पा सकता। भले अमरदास गुण तेरे, तेरी उपमा तोए बने। तुहाडे वर्गे तुसीं हो, तुहाडी उपमा होर किसी नूं नहीं दिती जा सकती। धन श्री गुरु अमरदास सच्चे पातशाह महाराज जी इस तरह भट्टा ने बयान किया है। हाँ जी, गुण बेअंत त्याद जनाए। इस प्रकार नाल गुरु साहब दे बेअंत बेअंत गुणों का बख्यान किया है। हाँ जी, जिनके समसर अपर नहीं को, जिन्हां दे समान इस धरती ते होर कोई नहीं है। तिनकी उपमा तिन बन आए। वो गुरु अमरदास जी हैं, उन्हां दी उपमा तेरी उपमा तोए बनिया हुआ। होर किसे नूं आपां किसे नूं उपमा देने ना, किसी दूसरे की एग्जाम्पल देने। मान लो कोई बहुत सोहना होवे ते आपां कहने भी वो चंद्रमा वर्गा सोहना है। कोई बड़ा तेजस्वी होवे कहते बड़ा सूरज वर्गा तेज है उहदा। कोई बहुत बड़ा ध्यानी होवे कि बहुत बड़ा शिव जी वर्गा ध्यान है उहदा। पर गुरु अमरदास जी तुहानू किहदी उपमा दईए, तुहाडे वर्गे तुसीं हो, होर कोई है ही नहीं, तुहाडी उपमा किहदे नाल करिए। ऐसे सतगुरु जी हैं। हाँ जी, श्री गुरु रामदास गुण रासी। फिर गुणा दी रास, गुणा दे खजाने श्री गुरु रामदास महाराज जी की वारी आई। सवैये महल्ले चौथे के भट्टा ने चौथी पातशाही दे सवैये शुरू किए हैं। हाँ जी,
ਤਿਨ ਕੀ ਕੀਰਤ ਰਚੀ ਵਿਸਾਲ। ਸਤਿਗੁਰੂ ਰਾਮਦਾਸ ਸਾਹਿਬ ਦੀ ਵੱਡੀ ਵਡਿਆਈ, ਬੜੀ ਮਹਿਮਾ ਵਰਣਨ ਕਰਨ ਲੱਗੇ। ਹਾਂਜੀ। ਧੰਨ ਧੰਨ ਸਤਿਗੁਰ ਜਗ ਸੁਆਮੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਜਗਤ ਦੇ ਮਾਲਕ ਸੱਚੇ ਪਾਤਸ਼ਾਹ। ਹਾਂਜੀ। ਜਿਨ ਦੇਖਿਓ ਅਗ ਓਗ ਸੋ ਟਾਲ। ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਕੀਤੇ, ਕਰੋੜਾਂ ਜਨਮਾਂ ਦੇ ਪਾਪ ਕੱਟੇ ਗਏ। ਦਰਸ਼ਨ ਪਰਸੇ ਗੁਰੂ ਕੇ, ਜਨਮ ਮਰਨ ਦੁਖ ਜਾਏ। ਐਸੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਇਸ ਪ੍ਰਕਾਰ ਭੱਟ ਸੋਈਏ ਉਚਾਰਨ ਕਰਦੇ ਹਨ। ਪੁਨ ਸ੍ਰੀ ਅਰਜਨ ਸੋ ਜਸ ਬਨਾਇਓ। ਗੁਰੂ ਰਾਮਦਾਸ ਜੀ ਦੇ ਉਪਮਾ 'ਚ ਬਹੁਤ ਜ਼ਿਆਦਾ ਸਵਈਏ ਲਿਖ ਦਿੱਤੇ। ਭੱਟਾਂ ਨੇ ਬਹੁਤ ਜ਼ਿਆਦਾ ਉਪਮਾ ਕੀਤੀ। ਫਿਰ ਗੁਰੂ ਅਰਜਨ ਦੇਵ ਜੀ ਸਵਈਏ ਮਹੱਲੇ ਪੰਜਵੇਂ ਕੇ ਪੰਜਵੇਂ ਪਾਤਸ਼ਾਹ ਦੀ ਉਪਮਾ ਵਿੱਚ ਭੱਟਾਂ ਨੇ ਬਾ ਕਮਾਲ ਸੁੰਦਰ ਸਵਈਏ ਲਿਖੇ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਹੇ ਗੁਰੂ ਅਰਜਨ ਦੇਵ ਜੀ, ਤੁਸੀਂ ਜਨਮ ਤੋਂ ਹੀ ਦੁਨੀਆ ਦੇ ਜਦੋਂ ਦੇ ਆਏ ਹੋ, ਉਦੋਂ ਤੋਂ ਹੀ ਤੁਹਾਨੂੰ ਗੁਰਮਤ ਦੀ ਪ੍ਰਾਪਤੀ ਹੈ। ਤੁਸੀਂ ਜੰਮਦਿਆਂ ਹੀ ਪਰਮਾਤਮਾ ਨੂੰ ਪਛਾਣ ਲਿਆ ਹੈ, ਬ੍ਰਹਮ ਨੂੰ ਪਛਾਣ ਲਿਆ ਹੈ। ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਦੀ ਗੋਦੀ ਦਾ ਆਨੰਦ ਮਿਲਿਆ। ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਗੁਰੂ ਅਰਜਨ ਘਰ ਗੁਰੂ ਰਾਮਦਾਸ, ਗੁਰੂ ਰਾਮਦਾਸ ਦੇ ਘਰ ਗੁਰੂ ਅਰਜਨ ਦੇਵ ਜੀ ਭਗਤੀ ਦਾ ਅਵਤਾਰ ਹੋਏ ਨੇ। ਐਸੇ ਭਗਤ ਸਰੂਪ ਅਵਤਾਰ ਹੋਏ ਨੇ। ਉਹਨਾਂ ਦੀ ਉਪਮਾ ਭੱਟਾਂ ਨੇ ਕੀਤੀ ਹੈ। ਕਹਿੰਦੇ ਨੇ ਤਤ ਵਿਚਾਰ ਇਹ ਮਥਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਹਿੰਦੇ ਨੇ ਜਿਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਪ ਲਿਆ, ਉਹ ਮੁੜ ਕੇ ਗਰਭ ਜੂਨੀ 'ਚ ਨਹੀਂ ਆਉਣਗੇ। ਉਹਨਾਂ ਦੀ ਮੁਕਤੀ ਪੱਕੀ ਹੈ। ਫਿਰ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਪਰਮੇਸ਼ਰ ਦਾ ਰੂਪ ਹਨ। ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਕੋਈ ਰੱਬ ਦੇ ਦਰਸ਼ਨ ਕਰਨੇ ਚਾਹੁੰਦਾ, ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਲਵੇ, ਪਰਮਾਤਮਾ ਦੇ ਦਰਸ਼ਨ ਹੁੰਦੇ ਹਨ। ਹਾਂਜੀ। ਏਕੋ ਜੋਤ ਪੰਜ ਗੁਰ ਨਾਲ। ਇਹ ਪੰਜਾਂ ਪਾਤਸ਼ਾਹੀਆਂ 'ਚ ਇੱਕ ਜੋਤ ਹੈ। ਕਿਉਂਕਿ ਪੰਜਾਂ ਪਾਤਸ਼ਾਹੀਆਂ ਤੱਕ ਹੀ ਸਵਈਏ ਲਿਖੇ। ਭੱਟ ਉਸੇ ਸਮੇਂ ਤੱਕ ਹੋਏ ਨੇ। ਉਹਨਾਂ ਨੇ ਪੰਜਾਂ ਪਾਤਸ਼ਾਹੀਆਂ ਦੀ ਉਪਮਾ ਲਿਖੀ ਹੈ। ਸਵਈਏ ਮਹੱਲੇ ਪੰਜਵੇਂ ਤੇ ਤੱਕ। ਇੱਕੋ ਜੋਤ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਪਰਮਾਤਮਾ ਜੋਤ ਰੂਪ ਹੈ। ਉਸ ਜੋਤ ਰੂਪ ਪਰਮਾਤਮਾ ਨੇ ਆਪਣਾ ਨਾਮ ਗੁਰੂ ਨਾਨਕ ਰਖਾ ਲਿਆ। ਤਾਤੇ ਅੰਗਦ ਭਇਓ। ਉਹਨਾਂ ਤੋਂ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਹੋਏ। ਤਤ ਸਿਉ ਤਤ ਮਿਲਾਇਓ। ਤਤ ਜੋਤ ਜੋਤ 'ਚ ਰਲ ਗਈ। ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਦੇਵ 'ਚ ਪ੍ਰਵੇਸ਼ ਕਰ ਗਈ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕਰਕੇ ਆਪਣੀ ਥਾਂ ਤੇ ਆਪਣੇ ਵਰਗੇ ਗੁਰੂ ਅਮਰਦਾਸ ਜੀ ਨੂੰ ਬਿਠਾ ਦਿੱਤਾ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮ ਮਹਿੰਦੀਓ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਉਹੀ ਅੰਮ੍ਰਿਤ ਛਤਰ ਜਿਹੜਾ ਸੀ ਸ੍ਰੀ ਗੁਰੂ ਰਾਮਦਾਸ ਦੇ ਸੀਸ ਤੇ ਝੁਲਾ ਦਿੱਤਾ। ਤੇ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਪਿਖੋ ਨੈਣ। ਉਹਨਾਂ ਚਾਰ ਪਾਤਸ਼ਾਹੀਆਂ ਦਾ ਹਾਜ਼ਰ ਨਾਜ਼ਰ ਰੂਪ ਸਾਹਮਣੇ ਬੈਠੇ ਨੇ ਗੁਰੂ ਅਰਜਨ ਦੇਵ ਜੀ। ਦਰਸ਼ਨ ਕਰ ਲਓ ਗੁਰੂ ਅਰਜਨ ਦੇਵ ਜੀ ਦੇ। ਚਾਰੇ ਪਾਤਸ਼ਾਹੀਆਂ ਜੋ ਪਿੱਛੇ ਹੋਈਆਂ ਨੇ ਉਹਨਾਂ ਦੇ ਵੀ ਦਰਸ਼ਨ ਹੁੰਦੇ। ਭਾਈ ਉਹਨਾਂ ਦੇ ਦਰਸ਼ਨਾਂ ਕਰਕੇ ਜੀਵਨ ਮੁਕਤੀ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਦੇ ਬਚਨ ਭੱਟਾਂ ਨੇ ਗੁਰੂ ਅਰਜਨ ਦੇਵ ਜੀ ਦੀ ਉਪਮਾ ਵਿੱਚ ਸਾਹਮਣੇ ਦੇਖ ਕੇ ਕਹੇ ਹਨ। ਹਾਂਜੀ। ਧਰਮ ਧੁਜਾ ਧਰਨੀ ਸਮ ਧੀਰਜ। ਉਹ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਧਰਮ ਦੀ ਧੁਜਾ ਹਨ ਤੇ ਧਰਤੀ ਵਰਗੀ ਉਹਨਾਂ ਦੇ ਵਿੱਚ ਧੀਰਜ ਹੈ।
ਪਰਉਪਕਾਰੀ ਪਰਮ ਕਿਰਪਾਲ। ਬੜੇ ਪਰਉਪਕਾਰੀ ਨੇ, ਸਭ ਦੇ ਉੱਤੇ ਕਿਰਪਾ ਕਰਨ ਵਾਲੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। 122 ਰਚੇ ਸਵਈਏ। 122 ਸਵਈਏ ਭੱਟਾਂ ਨੇ ਲਿਖੇ। 122 ਸਵਈਏ ਇਹ ਭੱਟਾਂ ਦੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਹਨ। ਹਾਂਜੀ। ਪੰਚੋ ਗੁਰ ਕੋ ਸੋ ਜਸ ਬਨਾਏ। ਪੰਜਾਂ ਪਾਤਸ਼ਾਹੀਆਂ ਦੀ ਉਸਤਤ ਕੀਤੀ ਹੈ ਇਹਨਾਂ ਸਵਈਆਂ ਵਿੱਚ। ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਹਰਿਮੰਦਰ ਸਾਹਿਬ ਵਿੱਚ ਇਹ ਸਵਈਏ ਪੜ੍ਹੇ ਜਾਂਦੇ ਹਨ। ਹਾਂਜੀ। ਸ੍ਰੀ ਅਰਜਨ ਕੋ ਕੀਨ ਸੁਨਾਵਨ। ਗੁਰੂ ਅਰਜਨ ਦੇਵ ਜੀ ਨੂੰ ਇਹ ਸਵਈਏ ਭੱਟਾਂ ਨੇ ਸੁਣਾਏ ਹਨ। ਪਰਮ ਪ੍ਰੇਮ ਮਨ ਮਹਿ ਉਪਜਾਏ। ਜਿਨ੍ਹਾਂ ਨੂੰ ਪੜ੍ਹ ਕੇ ਸੁਣ ਕੇ ਮਨ 'ਚ ਪ੍ਰੇਮ ਭਗਤੀ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ। ਹਾਂਜੀ। ਪਦ ਅਰਬਿੰਦ ਕਰੀ ਪੁਨ ਬੰਦਨ। ਇਹ ਸਵਈਏ ਰਚਣ ਤੋਂ ਬਾਅਦ ਭੱਟਾਂ ਨੇ ਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਦੀਨ ਭਏ ਭਾਟ ਜੋ ਸਮਦਾਏ। ਬੜੀ ਨਿਮਰਤਾ ਨਾਲ ਭੱਟ ਗੁਰੂ ਸਾਹਿਬ ਦੇ ਚਰਨਾਂ 'ਚ ਸਿਰ ਝੁਕਾਉਂਦੇ ਹਨ ਕਿ ਸਤਿਗੁਰੂ ਇਹ ਸਾਡੀ ਬੇਨਤੀ ਹੈ, ਸਾਡੀ ਇਸ ਜਿਹੜੀ ਬਾਣੀ ਹੈ ਜੋ ਅਸੀਂ ਇਹ ਗੁਰੂ ਦੀ ਉਪਮਾ ਲਿਖੀ ਹੈ ਇਹ ਪ੍ਰਵਾਨ ਕਰ ਲਓ। ਹਾਂਜੀ। ਚਿਤ ਮਹਿ ਚਾਹਤ ਸਿੱਖ ਬਣਬੇ ਕੋ। ਸਾਨੂੰ ਸਿੱਖੀ ਦੀ ਦਾਤ ਦੇ ਦਿਓ, ਅਸੀਂ ਤੁਹਾਡੇ ਸਿੱਖ ਬਣਨਾ ਚਾਹੁੰਦੇ ਹਾਂ। ਸਾਨੂੰ ਆਪਣਾ ਸੇਵਕ ਬਣਾ ਲਓ, ਆਪਣਾ ਚਰਨ ਸੇਵਕ ਬਣਾ ਕੇ ਸਾਡਾ ਮਨੁੱਖਾ ਜਨਮ ਸਫਲਾ ਕਰ ਦਿਓ। ਹਾਂਜੀ। ਜਾਚਤ ਸ਼ਾਂਤ ਸੋ ਚਿਤ ਮਹਿ ਆਏ। ਆਪ ਜੀ ਤੋਂ ਅਸੀਂ ਸ਼ਾਂਤੀ ਮੰਗਦੇ ਹਾਂ, ਭਗਤੀ ਮੰਗਦੇ ਹਾਂ। ਮਨ ਟਿਕ ਜਾਵੇ ਸਾਡਾ ਇੱਧਰ ਉੱਧਰ ਭਟਕਣ ਤੋਂ, ਐਸੀ ਕਿਰਪਾ ਕਰ ਦਿਓ। ਹਾਂਜੀ। ਭਏ ਪ੍ਰਸੰਨ ਬਹੁਤ ਸ੍ਰੀ ਅਰਜਨ। ਫਿਰ ਗੁਰੂ ਅਰਜਨ ਦੇਵ ਜੀ ਬਹੁਤ ਪ੍ਰਸੰਨ ਹੋਏ। ਹਾਂਜੀ। ਤਿਨ ਕੀ ਕ੍ਰਿਤ ਗ੍ਰੰਥ ਲਿਖਵਾਏ। ਗੁਰੂ ਸਾਹਿਬ ਜੀ ਨੇ ਉਹਨਾਂ ਦੀ ਬਾਣੀ ਨੂੰ, ਭੱਟਾਂ ਦੇ ਸਵਈਆਂ ਨੂੰ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਵਾਇਆ। ਮਹਾਰਾਜ ਕਹਿੰਦੇ ਭਾਈ ਸਾਹਿਬ ਜੀ ਭੱਟਾਂ ਦੇ ਸਵਈਏ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੋ। ਹਾਂਜੀ। ਮਨ ਬਾਂਛਤ ਬਰ ਦੀਨ ਸਭਿਨ ਕੋ। ਮਹਾਰਾਜ ਜੀ ਨੇ ਸਾਰੇ ਭੱਟਾਂ ਨੂੰ ਮਨ ਬਾਂਛਤ ਫਲ ਦਿੱਤੇ ਨੇ। ਸਿੱਖ ਕਰੇ ਸ਼ਾਂਤੀ ਉਪਜਾਏ। ਉਹਨਾਂ ਨੂੰ ਆਪਣਾ ਸਿੱਖ ਬਣਾਇਆ ਹੈ। ਉਹਨਾਂ ਦੇ ਮਨ 'ਚ ਸ਼ਾਂਤੀ ਭਗਤੀ ਪਿਆਰ ਭਰ ਦਿੱਤਾ ਹੈ। ਹਾਂਜੀ। ਭ੍ਰਮ ਪਰ ਹਰਿਓ ਭਏ ਸਭ ਨਿਰਮਲ। ਭਰਮ ਭੁਲੇਖੇ ਦੂਰ ਕਰ ਦਿੱਤੇ ਨੇ। ਜੋਤ ਅਕਾਲ ਪੁਰਖ ਦੀ ਦੇ ਦਰਸ਼ਨ ਕਰਾ ਦਿੱਤੇ ਨੇ। ਮਨ ਨਿਰਮਲ ਕਰਕੇ ਸਾਧ ਸੰਗਤ ਜੀ ਹਿਰਦੇ 'ਚ ਗਿਆਨ ਦਾ ਦੀਵਾ ਬਾਲ ਦੇਣਾ ਇਹ ਗੁਰੂ ਦਾ ਕੰਮ ਹੈ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਭ। ਐਸੀ ਕਿਰਪਾ ਕੀਤੀ ਮਹਾਰਾਜ ਨੇ। ਹਾਂਜੀ। ਸ੍ਰੀ ਗੁਰੂ ਜਸ ਤੇ ਇਹੋ ਫਲ ਪਾਏ। ਗੁਰੂ ਮਹਾਰਾਜ ਦਾ ਜਸ ਕਰਨ ਕਰਕੇ ਭੱਟਾਂ ਨੂੰ ਇਹ ਫਲ ਪ੍ਰਾਪਤੀ ਹੋਈ ਹੈ। ਕੇਤਿਕ ਦਿਨ ਮੈਂ ਨਿਜ ਤਨ ਤਜ ਕੈ। ਇਹ ਸਾਧ ਸੰਗਤ ਜੀ ਜਿਹੜੇ ਵੇਦਾਂ ਦੇ ਅਵਤਾਰ ਮੰਨੇ ਗਏ ਸੀ ਭੱਟ, ਕੁਝ ਸਮੇਂ ਬਾਅਦ ਆਪਣੇ ਪੰਜ ਭੂਤਕ ਚੋਲੇ ਛੱਡ ਕੇ ਵੇਦ ਰੂਪ ਹੋਏ ਤਿਸ ਭਾਏ। ਫਿਰ ਗਿਆਨ ਸਰੂਪੀ ਹੋ ਗਏ ਨੇ, ਪਰਮੇਸ਼ਰ ਵਿੱਚ ਭੇਦ ਹੋ ਗਏ ਨੇ। ਲਿਖੇ ਸਮਸਤ ਸਵਈਏ ਸੋ। ਉਹ ਸਾਰੇ 122 ਸਵਈਏ ਸਤਿਗੁਰਾਂ ਨੇ ਸ੍ਰੀ ਗ੍ਰੰਥ ਸਾਹਿਬ ਕੇ ਮਾਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਵਾ ਲਏ ਨੇ। ਅੰਤ ਸਰਬ ਕੇ ਲਿਖ ਮੁੰਦਾਵਣੀ। ਅਖੀਰ ਵਿੱਚ ਮੁੰਦਾਵਣੀ ਲਿਖ ਕੇ ਸੱਚੇ ਪਾਤਸ਼ਾਹ ਨੇ ਪਹਿਲਾਂ ਇਸ 12 ਤੇ ਵਧੇਕ ਸ਼ਲੋਕ ਲਿਖੇ ਨੇ। ਪਹਿਲੀ ਪਾਤਸ਼ਾਹੀ ਦੇ ਸ਼ਲੋਕ ਨੇ ਕੁਝ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ, ਗੁਰੂ ਰਾਮਦਾਸ ਜੀ ਦੇ, ਗੁਰੂ ਅਰਜਨ ਦੇਵ ਜੀ ਦੇ ਸ਼ਲੋਕ ਨੇ। ਜਦੋਂ ਦੁਬਾਰਾ 10ਵੇਂ ਪਾਤਸ਼ਾਹ ਨੇ ਦਮਦਮੇ ਸਾਹਿਬ ਭਾਈ ਮਨੀ ਸਿੰਘ ਕੋਲੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ ਤਾਂ ਉਹਨਾਂ ਸ਼ਲੋਕਾਂ ਵਿੱਚ ਹੀ 9ਵੇਂ ਪਾਤਸ਼ਾਹ ਦੇ ਸ਼ਲੋਕ ਐਡ ਕਰ ਦਿੱਤੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ, ਤੇ ਉੱਥੇ ਭੋਗ ਪੈਂਦਾ ਹੈ। ਪਹਿਲਾਂ 5ਵੇਂ ਪਾਤਸ਼ਾਹ ਦੇ ਸ਼ਲੋਕ ਹੀ ਹੁੰਦੇ ਸਨ ਜਿਹਨਾਂ 'ਚ ਰੱਤੇ ਸਈ ਜੇ ਮੁਖ ਨਾ ਮੁੜਨ ਜਿਨੀ ਸੰਜਾਤਾ ਸਾਈਂ। ਅਖੀਰਲਾ ਸ਼ਲੋਕ ਆਉਂਦਾ ਸੀ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਏ ਸਭਨਾਂ ਦਾ ਵੇਸਾ। ਮਹਾਰਾਜ ਜਿਹੜਾ ਸਰੂਪ ਹੁਣ ਆਪਾਂ ਦਰਸ਼ਨ ਕਰਦੇ ਹਾਂ ਦਮਦਮੀ ਬੀੜ, ਇਹ ਦਮਦਮੇ ਸਾਹਿਬ ਭਾਈ ਮਨੀ ਸਿੰਘ ਜੀ ਕੋਲੋਂ ਲਿਖਵਾਇਆ। ਇਹਦੇ ਵਿੱਚ ਮਹਾਰਾਜ ਨੇ 9ਵੀਂ ਪਾਤਸ਼ਾਹੀ ਦੇ ਸ਼ਲੋਕ ਵੀ ਦਰਜ ਕਰਾ ਦਿੱਤੇ ਤੇ ਉੱਥੇ ਭੋਗ ਪੈਂਦਾ ਮੁੰਦਾਵਣੀ। ਹਾਂਜੀ। ਮੁੰਦਰਤ ਮੋਹਰ ਲਗੀ ਜਨ ਵਾਹੇ। ਇਹ ਮੋਹਰ ਲਾ ਦਿੱਤੀ ਪਾਤਸ਼ਾਹ ਨੇ
थाल विच तिन वस्तु पईओ, सत संतोख विचारो, अमृत नाम ठाकुर का पयो, जिसका सबस आधारो, जे को खावे जे को पुंचै, तिसका होए उधारो, एह वस्त तजी न जाई, नित नित राख्यो रदारो, तम संसार चरण लग तरिए, सब नानक ब्रह्म पसार, तेरा कीता जातो नाही, मैनो जोग के तोई, मैं निर्गुण यारे को गुण नाही, आपे तरस पयो, तरस पया मेहरामत होई, सतगुर सज्जन मिलिया, नानक नाम मिलै तां जीवा, तन मन थीवै हरिया। इथों तक पातशाह ने अकाल पुरख परमेश्वर की उस्तति लिख के भोग पाया है। भोग सकल बाणी को पाए हो, जदों सारी बाणी का भोग पा दिता है, महिमा जिसकी कही न जाए, जिहदी महिमा कही नहीं जा सकती। भवजल तैरना को जहाज बड़, ये भाव सागर तो तरन वास्ते जहाज बना दिता, ये बाणी का जहाज बना दिता। जदों इस महाराज सच्चे पातशाह संपूर्ण किया, तो रागा ने आके साक्षात रूप च बेनती की, महाराज साड़ी भी रागमाला लिख दो, ताकि रागियां नूं रागां दे नामां दा पता लग जाएगा, रागां दे परिवारां दा। तां सतगुरु जी ने रागमाला जो है वो अखीर विच लिखवा दिती। सो संप्रदाय विच ऐसी मानता चली आउंदी है, रागां दी बेनती ते महाराज ने राग लिखवाए हैं। रागमाला ਉਹਦੇ ਵਿੱਚ ਉਹ ਰਾਗ ਵੀ ਪਰਮੇਸ਼ਰ ਦੀ ਸਿਫਤ ਕਰਦੇ ਹਨ। ਅਖਸ਼ਟ ਰਾਗ ਉਨ ਗਾਏ, ਸੰਗ ਰਾਗਨੀ ਤੀਸ, ਸਭੈ ਪੁੱਤਰ ਰਾਗਨ ਕੇ 8 ਰਹਿ 10 20। ਹਾਂਜੀ, ਪ੍ਰਭੂ ਕਿਰਪਾ ਤੇ ਪਾਰ ਪਰਾਏ, ਪਰਮੇਸ਼ਰ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਇਹ ਜਿਹੜਾ ਬਾਣੀ ਪੜ੍ਹੇਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਸੁਣੇਗਾ, ਭਵ ਸਾਗਰ ਤੋਂ ਪਾਰ ਲੰਘ ਜਾਏਗਾ। ਰਾਗ ਮਾਲ ਸ੍ਰੀ ਗੁਰ ਕੀ ਕ੍ਰਿਤ ਨਹਿ। ਸੋ ਸਾਧ ਸੰਗਤ ਜੀ ਹੁਣ ਅੱਗੇ ਭਾਈ ਸਾਹਿਬ ਜੀ ਨੇ ਦੱਸਣਾ ਕੀਤਾ ਕਿ ਕਿਸ ਤਰ੍ਹਾਂ ਰਾਗਮਾਲਾ ਦਰਜ ਕੀਤੀ ਹੈ, ਕਿਉਂਕਿ ਰਾਗਾਂ ਦਾ ਵੇਰਵਾ ਰਾਗੀ ਸਿੰਘਾਂ ਨੂੰ ਪਤਾ ਲੱਗ ਜਾਵੇ, ਤਾਂ ਕਿ ਉਹ ਕਿਸੇ ਤਰ੍ਹਾਂ ਦਾ ਵਿਵਾਦ ਨਾ ਰਵੇ ਵੀ ਕਿਹੜਾ ਰਾਗ ਕਿੱਦਾਂ ਗਾਣਾ ਹੈ। ਰਾਗਾਂ ਦੇ ਪਰਿਵਾਰ, ਰਾਗਾਂ ਦੀਆਂ ਪਤਨੀਆਂ, ਰਾਗਾਂ ਦੇ ਪੁੱਤਰ ਆਦਿਕ ਇਸ ਬਾਣੀ ਵਿੱਚ ਦਰਜ ਹਨ। ਬਹੁਤ ਸਿੰਘਾਂ ਦੇ ਮਤ ਭੇਦ ਹਨ, ਪਰ ਭਾਈ ਸੰਤੋਖ ਸਿੰਘ ਜੀ ਇਹ ਕਹਿੰਦੇ ਹਨ ਵੀ ਰਾਗਾਂ ਦਾ ਪਤਾ ਲੱਗ ਜਾਵੇ, ਇਸ ਕਰਕੇ ਇਹ ਬਾਣੀ ਲਿਖੀ ਗਈ ਹੈ। ਤੋ ਇਹ ਨਹੀਂ ਕਿਹਾ ਵੀ ਕਦੀ ਪੜ੍ਹਨੀ ਨਹੀਂ, ਸ਼ੰਕਾ ਨਹੀਂ ਕਰਨਾ। ਜੋ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਅੱਖਰ ਲਿਖੇ ਸਹੀ ਗਾਵਾਂ, ਅਵਰ ਨਾ ਜਾਣਾ ਬਾਣੀ। ਉਸ ਤੋਂ ਬਾਅਦ ਸਮਾਪਤੀ ਕਰ ਦਿੱਤੀ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿਸ ਤਰ੍ਹਾਂ ਕਿਰਪਾ ਕਰਦੇ ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।